ਮਲਾਰ ਮਹੱਲਾ ਤੀਜਾ ਚੌਪਦੇ ਘਰ ਪਹਿਲਾ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਚਾਰ ਪਦੀਆਂ ਵਾਲੇ ਪਾਵਨ ਸ਼ਬਦ ਪਹਿਲੇ ਸੁਰਤਾਲ ਦੇ ਵਿੱਚ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਵਸਤੂ ਨਿਰਦੇਸ਼ ਮੰਗਲ ਕਰਦੀਆਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਵਾਹਿਗੁਰੂ ਅਕਾਲ ਪੁਰਖ ਹੈ। ਸਤਿਗੁਰ ਪ੍ਰਸਾਦ ਸੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਨਿਰੰਕਾਰ ਆਕਾਰ ਹੈ ਆਪੇ। ਉਹ ਪਰਮੇਸ਼ਰ ਆਪ ਹੀ ਨਿਰਗੁਣ ਸਰੂਪ ਹੈ ਅਤੇ ਆਪ ਹੀ ਸਰਗੁਣ ਸਰੂਪ ਧਾਰ ਕੇ ਆਕਾਰਾਂ ਦੇ ਵਿੱਚ ਆਉਂਦਾ ਹੈ। ਆਪੇ ਭਰਮ ਭੁਲਾਏ। ਆਪ ਹੀ ਲਾਲਚੀ ਜੀਵਾਂ ਨੂੰ ਕਰਮਾਂ ਦੇ ਅਨੁਸਾਰ ਭਰਮ ਦੇ ਵਿੱਚ ਪਾ ਕੇ ਆਪਣੇ ਸਰੂਪ ਵੱਲੋਂ ਭੁਲਾ ਦੇਣਾ ਕਰਦਾ ਹੈ। ਹਰ ਕਰ ਕਰਤਾ ਆਪੇ ਵੇਖੈ। ਪਰਮੇਸ਼ਰ ਆਪ ਹੀ ਜੀਵਾਂ ਨੂੰ ਕਰਕੇ ਪੈਦਾ ਫਿਰ ਪਾਲਣਾ ਕਰਕੇ ਸਾਰੇ ਜੀਵਾਂ ਦੇ ਕਰਤੱਵਾਂ ਨੂੰ ਵੇਖ ਰਿਹਾ ਹੈ। ਜਿਤ ਭਾਵੈ ਤਿਤ ਲਾਏ। ਜਿਸ ਪਾਸੇ ਉਸ ਨੂੰ ਪਾਉਂਦਾ ਹੈ ਉਸੇ ਪਾਸੇ ਜੀਵਾਂ ਨੂੰ ਲਾਉਂਦਾ ਹੈ। ਇਸੇ ਪ੍ਰਕਾਰ ਹਰ ਕਰ ਕਰਤਾ ਆਪੇ ਵੇਖੈ। ਜਿਸ ਨੇ ਗੁਰਾਂ ਤੋਂ ਨਾਮ ਬਾਣੀ ਦਾ ਉਪਦੇਸ਼ ਸਰਵਣ ਕੀਤਾ ਹੈ ਫਿਰ ਮੰਨਣ ਕੀਤਾ ਹੈ ਅਤੇ ਫਿਰ ਕਰਤਾ ਪੁਰਖ ਦੀ ਪ੍ਰਾਪਤੀ ਲਈ ਨਿਧਿਆਸਨ ਕੀਤਾ ਹੈ। ਉਹ ਆਪਣੇ ਸਰੂਪ ਨੂੰ ਵੇਖ ਲੈਂਦਾ ਹੈ। ਜਿਤ ਭਾਵੈ ਤਿਤ ਲਾਏ। ਅਤੇ ਜਿਸ ਪਾਸੇ ਉਸ ਨੂੰ ਭਾਉਂਦਾ ਹੈ ਉਸ ਪਾਸੇ ਉਹ ਗੁਰ ਆਗਿਆ ਅਨੁਸਾਰ ਆਪਣੇ ਇੰਦਰੀਆਂ ਨੂੰ ਲਾਉਂਦਾ ਹੈ। ਸੇਵਕ ਕਉ ਏਹਾ ਵਡਿਆਈ। ਜਿਸ ਦਾਸ ਨੂੰ ਪਰਮੇਸ਼ਰ ਜਾ ਕਉ ਹੁਕਮ ਮਨਾਏ। ਆਪਣਾ ਹੁਕਮ ਮਨਾਉਂਦਾ ਹੈ ਉਸ ਦਾਸ ਨੂੰ ਇਹ ਹੁਕਮ ਮੰਨਣ ਦੀ ਵਡਿਆਈ ਸ਼ੋਭਾ ਦਿੰਦਾ ਹੈ। ਆਪਣਾ ਭਾਣਾ ਆਪੇ ਜਾਣੈ। ਜੋ ਪਰਮੇਸ਼ਰ ਆਪਣਾ ਭਾਣਾ ਆਪ ਹੀ ਸੇਵਕਾਂ ਦੇ ਪਾਸੋਂ ਮਨਾਉਣਾ ਜਾਣਦਾ ਹੈ। ਗੁਰ ਕਿਰਪਾ ਤੇ ਲਹੀਐ। ਉਹ ਪਰਮੇਸ਼ਰ ਸਤਿਗੁਰਾਂ ਦੀ ਮਿਹਰ ਤੋਂ ਜਾਣੀਦਾ ਹੈ। ਏਹਾ ਸਖਤ ਸਿਵੈ ਘਰ ਆਵੈ। ਜਦ ਇਸ ਤਰ੍ਹਾਂ ਗੁਣਾਤਮਕ ਮਾਇਆ ਵੱਲੋਂ ਬਿਰਤੀ ਉਲਟ ਕੇ ਕਲਿਆਣ ਸਰੂਪ ਦੀ ਪ੍ਰਾਪਤੀ ਵਾਲੇ ਸਤ ਸੰਗਤ ਰੂਪੀ ਘਰ ਦੇ ਵਿੱਚ ਆ ਜਾਵੇ ਜਾਂ ਇਸ ਸ਼ਕਤ ਭਾਵ ਤਮੋ ਗੁਣ ਤੋਂ ਉਲਟ ਕੇ ਸਿਵੈ ਭਾਵ ਸਤੋ ਗੁਣ ਦੇ ਘਰ ਵਿੱਚ ਆ ਜਾਵੇ। ਜੀਵ ਦਿਆ ਮਰ ਰਹੀਐ। ਤਾਂ ਫਿਰ ਜੀਵਤ ਭਾਵ ਤੋਂ ਮਰ ਕੇ ਰਹੀਦਾ ਹੈ ਜਾਂ ਜੀਵਤ ਭਾਵ ਤੋਂ ਮਰ ਕੇ ਜਮਨ ਮਨ ਤੋਂ ਰਹਿਤ ਹੋ ਜਾਈਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਵੇਦ ਪੜੈ ਪੜਵਾਦ ਵਖਾਣੈ। ਵਿਦਵਾਨ ਪੁਰਖ ਵੇਦਾਂ ਨੂੰ ਪੜ੍ਹ ਪੜ੍ਹ ਕੇ ਝਗੜਿਆਂ ਨੂੰ ਹੀ ਕਥਨ ਕਰਦਾ ਹੈ। ਬ੍ਰਹਮਾ ਵਿਸ਼ਨ ਮਹੇਸ਼ਾ। ਅਤੇ ਕੋਈ ਬ੍ਰਹਮਾ ਦੀ ਕੋਈ ਵਿਸ਼ਨੂੰ ਦੀ ਤੇ ਕੋਈ ਸ਼ਿਵ ਜੀ ਦੀ ਉਪਾਸਨਾ ਵਿੱਚ ਲੱਗਾ ਹੋਇਆ ਹੈ। ਜਾਂ ਰਜੋਗੁਣੀ ਲੋਕ ਭਾਵ ਦੈਂਤ ਬ੍ਰਹਮਾ ਦੀ ਉਪਾਸਨਾ ਕਰਕੇ ਬਲੀ ਬਣਦੇ ਨੇ। ਸਤੋਗੁਣੀ ਪੁਰਖ ਵਿਸ਼ਨੂੰ ਦੀ ਉਪਾਸਨਾ ਕਰਕੇ ਬੈਕੁੰਠ ਦੀਆਂ ਮੁਕਤੀਆਂ ਦੇ ਇੱਛਕ ਬਣਦੇ ਨੇ। ਅਤੇ ਤਮੋਗੁਣੀ ਪੁਰਖ ਸ਼ਿਵ ਜੀ ਦੀ ਉਪਾਸਨਾ ਕਰਕੇ ਮਾਇਆ ਜਾਂ ਸਿੱਧੀਆਂ ਦੀ
ਇੱਛਾ ਰੱਖਦੇ ਹਨ। ਇਹ ਤ੍ਰਿਗੁਣ ਮਾਇਆ ਜਿਨ ਜਗਤ ਭੁਲਾਇਆ। ਇਹ ਤਿੰਨ ਗੁਣਾਤਮਕ ਮਾਇਆ ਹੈ ਜਿਸ ਨੇ ਸਾਰਾ ਸੰਸਾਰ ਭਰਮ ਦੇ ਵਿੱਚ ਪਾ ਕੇ ਵਾਹਿਗੁਰੂ ਦੇ ਸਰੂਪ ਵੱਲੋਂ ਭੁਲਾਉਣਾ ਕੀਤਾ ਹੈ। ਜਨਮ ਮਰਨ ਕਾ ਸਹਸਾ। ਇਸੇ ਕਰਕੇ ਸੰਸਾਰ ਜੀਵਾਂ ਨੂੰ ਜਮਨ ਮਰਨ ਦਾ ਸੰਸਾ ਬਣਿਆ ਰਹਿੰਦਾ ਹੈ। ਗੁਰ ਪ੍ਰਸਾਦੀ ਏਕੋ ਜਾਣੈ। ਸਤਿਗੁਰਾਂ ਦੀ ਕਿਰਪਾ ਦੁਆਰਾ ਨਾਮ ਜਪ ਕੇ ਇੱਕੋ ਪਰਮੇਸ਼ਰ ਨੂੰ ਜਾਣਨਾ ਕਰੇ। ਚੁਕੈ ਮਨਹੁ ਅੰਦੇਸਾ। ਤਾਂ ਹਿਰਦੇ ਵਿੱਚੋਂ ਪ੍ਰਮਾਣਗਤ ਪਰਮੇਗਤ ਆਦਿਕ ਸਾਰੇ ਸੰਸੇ ਨਿਵਰਤ ਹੋ ਜਾਂਦੇ ਹਨ। ਪਰਮੇਸ਼ਰ ਦੇ ਸਨਮੁਖ ਇੰਜ ਬੇਨਤੀ ਕਰੋ ਕਿ ਹਮ ਦੀਨ ਮੂਰਖ ਅਵਿਚਾਰੀ। हे ਪਰਮੇਸ਼ਰ, ਅਸੀਂ ਨਾਮ ਰੂਪ ਧਨ ਤੋਂ ਹੀਣੇ ਹੋਣ ਕਰਕੇ ਗਰੀਬ ਹਾਂ, ਹੰਗਤਾ ਮਮਤਾ ਦੇ ਸਹਿਤ ਹੋਣ ਕਰਕੇ ਬੇਸਮਝ ਹਾਂ, ਜਾਂ ਸ਼ਾਸਤਰ ਗਿਆਤ ਤੋਂ ਹੀਣੇ ਹੋਣ ਕਰਕੇ ਬੇਸਮਝ ਹਾਂ, ਅਤੇ ਪਰਮਾਰਥ ਦੀ ਵਿਚਾਰ ਤੋਂ ਵੀ ਰਹਿਤ ਹਾਂ, ਜਾਂ ਪ੍ਰੋ ਗਿਆਨ ਵੱਲੋਂ ਮੂਰਖ ਅਤੇ ਅਪਰੋ ਗਿਆਨ ਵੱਲੋਂ ਅਵਿਚਾਰੀ ਹਾਂ। ਤੁਮ ਚਿੰਤਾ ਕਰਹੁ ਹਮਾਰੀ। ਇਸ ਲਈ ਸਾਡੀ ਕਲਿਆਣ ਕਰਨ ਦੀ ਤੁਸੀਂ ਆਪ ਹੀ ਚਿੰਤਾ ਫਿਕਰ ਕਰੋ। ਓਹ ਦਇਆਲ ਕਰ ਦਾਸ ਦਾਸਾ ਕਾ। हे ਪਰਮੇਸ਼ਰ, ਮੇਰੇ ਉੱਪਰ ਅਜਿਹੀ ਦਿਆਲਤਾ ਕਰੋ, ਦਿਆਲੂ ਹੋਵੋ ਕਿ ਮੈਨੂੰ ਆਪਣੇ ਸੇਵਕਾਂ ਦਾ ਸੇਵਕ ਬਣਾਉਣਾ ਕਰੋ ਜੀ। ਸੇਵਾ ਕਰੀ ਤੁਮਾਰੀ। ਜਿਸ ਕਰਕੇ ਮੈਂ ਤੁਹਾਡੀ ਸੇਵਾ ਟਹਿਲ ਕਰਾਂ। ਏਕ ਨਿਧਾਨ ਦੇਹਿ ਤੂੰ ਆਪਣਾ। हे ਪਰਮੇਸ਼ਰ, ਇੱਕ ਤੂੰ ਆਪਣਾ ਨਾਮ ਰੂਪ ਖਜ਼ਾਨਾ ਵੀ ਮੈਨੂੰ ਬਖਸ਼ ਦੇਣਾ ਕਰੋ। ਐਹ ਨਿਸ ਨਾਮ ਵਖਾਣੀ। ਤਾਂ ਕਿ ਮੈਂ ਰਾਤ ਦਿਨੇ ਤੇਰਾ ਨਾਮ ਕਥਨ ਕਰਦਾ ਰਹਾਂ। ਕਹਿਤ ਨਾਨਕ ਗੁਰ ਪ੍ਰਸਾਦੀ ਬੁਝੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜੋ ਗੁਰਾਂ ਦੀ ਕਿਰਪਾ ਦੁਆਰਾ ਸਮਝਦਾ ਹੈ। ਕੋਈ ਐਸਾ ਕਰੋ ਵਿਚਾਰਾ। ਕਰੇ ਕੋਈ ਐਸਾ ਕਰੇ ਵਿਚਾਰਾ। ਉਹ ਕੋਈ ਵਿਰਲਾ ਹੀ ਅਜਿਹਾ ਵਿਚਾਰ ਕਰਦਾ ਹੈ, ਜਾਂ ਸਮਝਣਾ ਕਰੋ ਗੁਰਾਂ ਦੀ ਕਿਰਪਾ ਨਾਲ ਕੋਈ ਵਿਰਲਾ ਹੀ ਐਸਾ ਵਿਚਾਰ ਕਰਦਾ ਹੈ ਕਿ ਜੋ ਜਲ ਉਪਰ ਫੇਨ ਬੁੱਧ ਬੁਦਾ। ਜਿਵੇਂ ਪਾਣੀ ਦੇ ਉੱਪਰ ਝੱਗ ਤੇ ਬੁਲਬੁਲਾ ਹੁੰਦਾ ਹੈ, ਐਸਾ ਇਹੋ ਸੰਸਾਰਾ। ਇਹੋ ਜਿਹਾ ਬ੍ਰਹਮ ਦੇ ਵਿੱਚ ਇਹ ਜਗਤ ਪ੍ਰਤੀਤੀ ਮਾਤਰ ਹੈ। ਜਾਂ ਜਿਵੇਂ ਪਾਣੀ ਉੱਤੇ ਝੱਗ ਤੇ ਬੁਲਬੁਲੇ ਉੱਠਦੇ ਨੇ ਤੇ ਕੁਝ ਸਮੇਂ ਬਾਅਦ ਮਿਟ ਜਾਂਦੇ ਨੇ, ਉਸੇ ਤਰ੍ਹਾਂ ਇਹ ਜਗਤ ਜੰਮਦਾ ਅਤੇ ਮਰਦਾ ਰਹਿੰਦਾ ਹੈ। ਜਿਸ ਤੇ ਹੋਆ ਤਿਸ ਹੈ ਸਮਾਣਾ। ਜਿਸ ਵਾਹਿਗੁਰੂ ਨੂੰ ਅਗਿਆਨ ਕਾਰਨ ਭੁੱਲਣ ਤੋਂ ਜੀਵ ਦੇ ਅੰਦਰ ਜੀਵ ਭਾਵ ਪ੍ਰਗਟ ਹੋਇਆ ਸੀ, ਸਰੂਪ ਦਾ ਗਿਆਨ ਹੋਣ ਤੋਂ ਉਹਦੇ ਵਿੱਚ ਹੀ ਸਮਾ ਗਿਆ। ਰੁਕ ਗਿਆ ਪਾਸਾਰਾ। ਜਿਸ ਕਰਕੇ ਜੀਵ ਦਾ ਸਾਰਾ ਪਸਾਰਾ ਚੁੱਕਿਆ ਗਿਆ। ਭਾਵ ਵਾਹਿਗੁਰੂ ਨਾਲ ਮਿਲ ਕੇ ਜੀਵ ਦਾ ਆਉਣ ਜਾਣ ਦਾ ਪਸਾਰਾ ਚੁੱਕਿਆ ਗਿਆ। ਇਸੇ ਪ੍ਰਕਾਰ ਜਿਸ ਤੇ ਹੋਆ ਤਿਸ ਹੈ ਸਮਾਣਾ। ਜਿਸ ਵਾਹਿਗੁਰੂ ਤੋਂ ਜੀਵ ਪੈਦਾ ਹੋਇਆ ਸੀ, ਜਦ ਉਸੇ ਵਿੱਚ ਹੀ ਸਮਾ ਗਿਆ, ਲੀਨ ਹੋ ਗਿਆ। ਰੁਕ ਗਿਆ ਪਾਸਾਰਾ। ਤਦ ਸਾਰਾ ਸੰਸਾਰ ਦਾ ਪਸਾਰਾ ਚੁੱਕਿਆ ਗਿਆ। ਭਾਵ ਸੰਸਾਰਕ ਦ੍ਰਿਸ਼ਟੀ ਨਿਵਰਤ ਹੋ ਗਈ। ਮਲਾਰ ਮਹੱਲਾ ਤੀਜਾ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਿੱਖਾਂ ਨੇ ਬੇਨਤੀ ਕੀਤੀ ਕਿ ਕਿਹੜੇ ਪੁਰਖਾਂ ਨੂੰ
ਪਰਮੇਸ਼ਰ ਨੇ ਆਪਣੇ ਨਾਲ ਮਿਲਣਾ ਕੀਤਾ ਹੈ। ਇਹ ਸੁਣ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਨੇ ਹੁਕਮ ਪਛਾਣਿਆ ਸੇ ਮਿਲੇ। ਇਹ ਭਾਈ ਜਿਨ੍ਹਾਂ ਨੇ ਗੁਰਾਂ ਦੇ ਜਾਂ ਪਰਮੇਸ਼ਰ ਦੇ ਨਾਮ ਜਪਣ ਰੂਪ ਹੁਕਮ ਨੂੰ ਪਹਿਚਾਨ ਲਿਆ, ਉਹ ਪਰਮੇਸ਼ਰ ਨੇ ਆਪਣੇ ਨਾਲ ਮਿਲੇ ਹਨ। ਮੈਂ ਸ਼ਬਦ ਜਲਾਏ। ਔਰ ਉਹਨਾਂ ਨੇ ਗੁਰ ਉਪਦੇਸ਼ ਦੁਆਰਾ ਆਪਣੇ ਅੰਦਰੋਂ ਹੰਗਤਾ ਨੂੰ ਵੀ ਸਾੜ ਸੁੱਟਿਆ ਹੈ। ਇਸੇ ਪ੍ਰਕਾਰ ਨੇ ਹੁਕਮ ਪਛਾਣਿਆ ਸੇ ਮਿਲੇ। ਜਿਨ੍ਹਾਂ ਨੇ ਗੁਰਾਂ ਦੇ ਹੁਕਮ ਨੂੰ ਪਹਿਚਾਨ ਲਿਆ, ਉਹਨਾਂ ਨੇ ਗੁਰ ਉਪਦੇਸ਼ ਦੁਆਰਾ ਬ੍ਰਹਮ ਅਭਿਆਸ ਰੂਪ ਅਗਨੀ ਦੇ ਨਾਲ ਹੰਗਤਾ ਨੂੰ ਸਾੜ ਦਿੱਤਾ ਹੈ, ਜਿਸ ਕਰਕੇ ਉਹ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਏ ਹਨ। ਹਉ ਮੈਂ ਸ਼ਬਦ ਜਲਾਏ। ਸ਼ਬਦ ਦੁਆਰਾ ਹਉਮੈ ਨੂੰ ਸਾੜਨ ਵਾਲਿਆਂ ਨੂੰ ਹੀ ਵਾਹਿਗੁਰੂ ਜੀ ਨੇ ਆਪਣੇ ਨਾਲ ਮਿਲਿਆ ਹੈ। ਜੀ ਭਗਤ ਕਰਹਿ ਦਿਨ ਰਾਤੀ। ਉਹ ਦਿਨ ਅਤੇ ਰਾਤ ਸਚਾਈ ਵਾਲੀ ਭਗਤੀ ਕਰਦੇ ਹਨ। ਅੱਜ ਰਹੇ ਲਿਵ ਲਾਏ। ਅਤੇ ਹਰ ਵਕਤ ਸੱਚ ਸਰੂਪ ਪਰਮੇਸ਼ਰ ਵਿੱਚ ਚਿੱਤ ਦੀ ਬਿਰਤੀ ਲਾ ਕੇ ਜੁੜੇ ਰਹਿੰਦੇ ਹਨ। ਸਦਾ ਸੱਚ ਹਰ ਵੇਖਦੇ। ਉਹ ਹਮੇਸ਼ਾ ਸੱਚ ਸਰੂਪ ਪਰਮੇਸ਼ਰ ਦੇ ਦਰਸ਼ਨ ਵੇਖਦੇ ਰਹਿੰਦੇ ਹਨ। ਗੁਰ ਕੈ ਸ਼ਬਦ ਸੁਭਾਏ। ਉਹ ਗੁਰਾਂ ਦੇ ਉਪਦੇਸ਼ ਵਿੱਚ ਸ੍ਰੇਸ਼ਟ ਪ੍ਰੇਮ ਕਰਕੇ ਸੁਭਾਵਕ ਹੀ ਸਾਰਿਆਂ ਵਿੱਚ ਹਮੇਸ਼ਾ ਸੱਚ ਸਰੂਪ ਪਰਮੇਸ਼ਰ ਦੇ ਦਰਸ਼ਨ ਵੇਖਦੇ ਰਹਿੰਦੇ ਨੇ। ਮਨ ਰੇ ਇਹ ਮੇਰਿਆ ਮਨ, ਹੁਕਮ ਮਨ ਸੁਖ ਹੋਏ। ਤੂੰ ਵੀ ਸੱਚੇ ਗੁਰਾਂ ਜਾਂ ਪਰਮੇਸ਼ਰ ਦੇ ਭਾਣੇ ਨੂੰ ਮੰਨਣਾ ਕਰ, ਫਿਰ ਤੈਨੂੰ ਆਨੰਦ ਸਰੂਪ ਦੀ ਪ੍ਰਾਪਤੀ ਹੋਵੇਗੀ। ਕਿਉਂਕਿ ਪ੍ਰਭ ਭਾਣਾ ਆਪਣਾ ਭਾਵ ਦਾ। ਪਰਮੇਸ਼ਰ ਨੂੰ ਆਪਣਾ ਹੁਕਮ ਮੰਨਣ ਵਾਲਾ ਪੁਰਖ ਹੀ ਚੰਗਾ ਲੱਗਦਾ ਹੈ। ਜਿਸ ਬਖਸ਼ੇ ਤਿਸ ਬਿਗਨ ਨਾ ਕੋਏ। ਜਿਸ ਨੂੰ ਪਰਮੇਸ਼ਰ ਭਾਣਾ ਮੰਨਣ ਦਾ ਬਲ ਬਖਸ਼ਦਾ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਦੇ ਔਗਣ ਬਖਸ਼ ਲੈਂਦਾ, ਜਿਹਨੂੰ ਨਾਮ ਦੀ ਦਾਤ ਬਖਸ਼ ਦਿੰਦਾ, ਆਪ ਦੀ ਤੇ ਸਿਫਤ ਸਲਾਹ ਬਖਸ਼ ਦਿੰਦਾ, ਉਹ ਪਾਤਸ਼ਾਹ ਬਣ ਜਾਂਦਾ। ਉਹਨੂੰ ਕੋਈ ਵੀ ਵਿਘਨ ਨਹੀਂ ਲੱਗਦਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਐ ਗੁਣ ਸਭਾ ਧਾਤ ਹੈ। ਜੋ ਤਿੰਨ ਰਾਜਸੀ, ਤਾਮਸੀ, ਸਾਤਵੀ ਗੁਣਾਂ ਦੀ ਇੱਛਾ ਹੈ, ਇਹ ਸਾਰੀ ਮਾਇਆ ਹੀ ਹੈ ਜਾਂ ਧਾ ਜਾਣ ਵਾਲੀ ਮਾਇਆ ਹੈ। ਨਾ ਹਰ ਭਗਤ ਨਾ ਪਾਏ। ਇਸ ਵਿੱਚ ਲੱਗਣ ਨਾਲ ਨਾ ਪਰਮੇਸ਼ਰ ਦੀ ਭਗਤੀ ਹੁੰਦੀ ਹੈ ਤੇ ਨਾ ਹੀ ਪ੍ਰਭੂ ਪ੍ਰਾਪਤੀ ਵਾਲਾ ਪ੍ਰੇਮ ਪੈਦਾ ਹੁੰਦਾ ਹੈ। ਇਸੇ ਪ੍ਰਕਾਰ ਐ ਗੁਣ ਸਭਾ ਧਾਤ ਹੈ। ਤ੍ਰੈਗੁਣੀ ਜੀਵ ਸਾਰੇ ਮਾਇਆ ਦੀ ਪ੍ਰਾਪਤੀ ਵਾਸਤੇ ਹੀ ਦੌੜਦੇ ਰਹਿੰਦੇ ਨੇ। ਨਾ ਹਰ ਭਗਤ ਨਾ ਪਾਏ। ਇਸੇ ਕਰਕੇ ਉਹਨਾਂ ਦੇ ਹਿਰਦੇ ਵਿੱਚ ਨਾ ਹਰੀ ਦੀ ਭਗਤੀ ਤੇ ਨਾ ਹੀ ਪ੍ਰੇਮ ਹੁੰਦਾ ਹੈ, ਜਾਂ ਨਾ ਨਿਸ਼ਚੈ ਕਰਕੇ ਹਰੀ ਪਰਮੇਸ਼ਰ ਦੀ ਭਗਤੀ ਕਰਨੀ ਨਹੀਂ ਪਾਉਂਦੀ, ਜਾਂ ਪ੍ਰੇਮਾ ਭਗਤੀ ਉਹਨਾਂ ਦੇ ਹਿਰਦੇ ਵਿੱਚ ਨਹੀਂ ਹੈ। ਗਤ ਮੁਕਤ ਕਦੇ ਨਾ ਹੋਵਈ। ਸੋ ਉਹਨਾਂ ਨੂੰ ਨਾ ਤਾਂ ਮੁਕਤੀ ਪ੍ਰਾਪਤ ਹੁੰਦੀ ਹੈ, ਗਤ ਮੁਕਤੀ ਦੀ ਗਤ ਪ੍ਰਾਪਤੀ ਕਦੀ ਵੀ ਨਹੀਂ ਹੋ ਸਕਦੀ। ਹਉ ਮੈਂ ਕਰਮ ਕਮਾਹੇ। ਜੋ ਹੰਗਤਾ ਦੇ ਸੰਯੁਕਤ ਹੋ ਕੇ ਕਰਮ ਕਮਾਉਂਦਾ ਹੈ, ਸਾਹਿਬ ਭਾਵੈ ਸੋ ਥੀਐ। ਜਿਹੜਾ ਕੁਝ ਮਾਲਕ ਪਰਮੇਸ਼ਰ ਨੂੰ ਭਾਉਂਦਾ ਹੈ, ਉਹੀ ਤਿੰਨੇ ਕਾਲਾਂ ਵਿੱਚ ਹੁੰਦਾ ਸੀ, ਹੁੰਦਾ ਹੈ, ਔਰ ਅੱਗੇ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਭਇਐ
ਕਿਰਤ ਫਿਰਾਹੇ। ਮਨਮੁਖ ਜੀਵ ਹੰਗਤਾ ਦੇ ਸਹਿਤ ਕੀਤੇ ਕਰਮ ਅਨੁਸਾਰ ਜੂਨਾਂ 'ਚ ਪਿਆ ਫਿਰਦਾ ਹੈ, ਜਾਂ ਜੀਵਾਂ ਦੇ ਹੰਗਤਾ ਸਹਿਤ ਕੀਤੇ ਕਰਮਾਂ ਦਾ ਲੇਖ ਮੱਥੇ ਉੱਤੇ ਪੈ ਜਾਂਦਾ ਹੈ। ਉਸੇ ਕਰਨੀ ਅਨੁਸਾਰ ਜੀਵ ਜੂਨਾਂ ਵਿੱਚ ਤੁਰੇ ਫਿਰਦੇ ਹਨ। ਆਤ ਗੁਰ ਭੇਟਿਐ ਮਨ ਮਰ ਰਹੈ। ਜੋ ਸਤਿਗੁਰਾਂ ਦੇ ਨਾਲ ਮਿਲਦਾ ਹੈ ਉਸ ਦੇ ਮਨ ਦਾ ਮੰਦਾ ਸੁਭਾਅ ਮਰਿਆ ਰਹਿੰਦਾ ਹੈ, ਜਾਂ ਉਹਦਾ ਮਨ ਜੀਵਤ ਭਾਵ ਵੱਲੋਂ ਮਰਿਆ ਰਹਿੰਦਾ ਹੈ। ਹਰ ਨਾਮ ਵਸੈ ਮਨ ਆਏ। ਔਰ ਉਸ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਆ ਕੇ ਵਸ ਜਾਂਦਾ ਹੈ। ਇਸ ਕੀ ਕੀਮਤ ਨਾ ਪਵੈ। ਤਿਸ ਪੁਰਖ ਦੀ ਜਾਂ ਤਿਸ ਪਰਮੇਸ਼ਰ ਦੀ ਕੀਮਤ ਜੀਵ ਦੇ ਪਾਸੋਂ ਨਹੀਂ ਪੈ ਸਕਦੀ। ਕਹਿਣਾ ਕਿਛੂ ਨਾ ਜਾਏ। ਅਤੇ ਉਸ ਦਾ ਕੁਝ ਜਸ ਵੀ ਤ੍ਰਿਗੁਣੀ ਜੀਵਨ ਦੇ ਪਾਸੋਂ ਕਿਹਾ ਨਹੀਂ ਜਾ ਸਕਦਾ। ਚੌਥੈ ਪਦ ਵਾਸਾ ਹੋਇਆ। ਉਸ ਦਾ ਤਿੰਨਾਂ ਗੁਣਾਂ ਨੂੰ ਤਿਆਗਣੇ ਕਰਕੇ ਚੌਥੇ ਤੁਰੀਆ ਪਦ ਵਿੱਚ ਨਿਵਾਸ ਹੋ ਗਿਆ ਹੈ। ਸੱਚੈ ਰਹਿ ਸਮਾਏ। ਅਤੇ ਉਹ ਸੱਚੇ ਪਰਮੇਸ਼ਰ ਵਿੱਚ ਸਮਾਇਆ ਰਹਿੰਦਾ ਹੈ। ਮੇਰਾ ਹਰ ਪ੍ਰਭ ਅਗਮ ਅਗੋਚਰ ਹੈ। ਮੇਰਾ ਹਰੀ ਪਰਮੇਸ਼ਰ ਮਨ ਦੀ ਗਮਤਾ ਤੋਂ ਰਹਿਤ, ਸ਼ਾਸਤਰਾਂ ਕਰਕੇ ਅਗੰਮ ਅਤੇ ਇੰਦਰੀਆਂ ਦੇ ਅਵਿਸ਼ੇ ਹੈ। ਕੀਮਤ ਕਹਿਣ ਨਾ ਜਾਏ। ਉਸ ਦੀ ਕੀਮਤ ਕਿਸੇ ਪਾਸੋਂ ਵੀ ਕਹੀ ਨਹੀਂ ਜਾ ਸਕਦੀ। ਗੁਰ ਪ੍ਰਸਾਦੀ ਬੁੱਝੀਐ। ਗੁਰਾਂ ਦੀ ਕਿਰਪਾ ਦੁਆਰਾ ਸਰੂਪ ਦੇ ਗਿਆਨ ਨੂੰ ਬੁੱਝੀਦਾ ਸਮਝੀਦਾ ਹੈ। ਸਭ ਦੇ ਕਾਰ ਕਮਾਏ। ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਭਗਤੀ ਰੂਪ ਕਾਰ ਕਮਾਉਣ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਨਾਮ ਸਲਾਹੇ ਤੂੰ ਹਰ। ਚਾਲ ਦੇ ਅਨੁਸਾਰ ਵਿਸ਼ਰਾਮ ਤੂੰ ਤੇ ਹੈ। ਜੇ ਪਾਠੀ ਸਿੰਘ ਪਾਠ ਕਰਨਗੇ ਤਾਂ ਤੂੰ ਤੇ ਲਾਉਣਗੇ, ਪਰ ਹੁਣ ਅਰਥ ਆਪਾਂ ਕਰ ਰਹੇ ਹਾਂ। ਕਥਾ 'ਚ ਵਿਸ਼ਰਾਮ ਹਰ 'ਤੇ ਹੀ ਲੱਗਦਾ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਭਾਈ, ਤੂੰ ਹਰੀ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਾ ਕਰ। ਹਰ ਦਰ ਸ਼ੋਭਾ ਪਾਏ। ਫਿਰ ਹਰੀ ਪਰਮੇਸ਼ਰ ਦੀ ਦਰਗਾਹ 'ਤੇ ਜਾ ਕੇ ਵਡਿਆਈ ਪਾਉਣਾ ਕਰੇਂਗਾ। ਮਲਾਰ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਲਾਰ ਰਾਗ ਵਿੱਚ ਇਹ ਅਗਲਾ ਸ਼ਬਦ ਉਚਾਰ ਰਹੇ ਨੇ। ਗੁਰਮੁਖ ਕੋਈ ਵਿਰਲਾ ਬੁਝੈ। ਉਹ ਕੋਈ ਵਿਰਲਾ ਗੁਰਮੁਖ ਹੀ ਗੁਰਾਂ ਦੁਆਰਾ ਸੱਚ ਸਰੂਪ ਦੇ ਤਾਈਂ ਬੁੱਝਦਾ ਜਾਂ ਗੁਰਾਂ ਪਾਸੋਂ ਪੁੱਛਦਾ ਹੈ। ਜਿਸਨੋ ਨਦਰ ਕਰੇ। ਜਿਸ ਉੱਪਰ ਪੂਰਨ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਦੇ ਹਨ। ਗੁਰ ਬਿਨ ਦਾਤਾ ਕੋਈ ਨਾਹੀ। ਪੂਰਨ ਸਤਿਗੁਰਾਂ ਤੋਂ ਬਿਨਾਂ ਹੋਰ ਕੋਈ ਵੀ ਨਾਮ ਦਾ, ਬ੍ਰਹਮ ਗਿਆਨ ਦਾ, ਪ੍ਰੇਮ ਦਾ ਦਾਤਾ ਨਹੀਂ ਹੈ। ਬਖਸ਼ੇ ਨਦਰ ਕਰੇ। ਜਿਸ ਉੱਪਰ ਗੁਰੂ ਸਾਹਿਬ ਜੀ ਕਿਰਪਾ ਦ੍ਰਿਸ਼ਟੀ ਕਰਦੇ ਨੇ ਉਸ ਨੂੰ ਨਾਮ ਦੀ, ਬ੍ਰਹਮ ਗਿਆਨ ਦੀ ਦਾਤ ਬਖਸ਼ਦੇ ਨੇ, ਜਾਂ ਜਿਸ ਨੂੰ ਗੁਰੂ ਸਾਹਿਬ ਜੀ ਬਖਸ਼ ਲੈਂਦੇ ਨੇ ਉਸ ਦੇ ਅੰਦਰ ਦਿਵ ਗਿਆਨ ਦ੍ਰਿਸ਼ਟੀ ਪੈਦਾ ਕਰ ਦਿੰਦੇ ਨੇ, ਜਾਂ ਜਿਸ ਦੇ ਕਿਰਪਾ ਕਰਕੇ ਔਗਣ ਬਖਸ਼ ਲੈਂਦੇ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਬਖਸ਼ੇ ਜਾਂਦੇ ਹਨ। ਗੁਰ ਮਿਲਿਆ ਸਾਤ ਉਪਜੈ। ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਹਿਰਦੇ ਵਿੱਚ ਸ਼ਾਂਤੀ ਪੈਦਾ ਹੋ ਜਾਂਦੀ ਹੈ। ਭਾਵ ਤ੍ਰਿਸ਼ਨਾ ਦੀ ਅੱਗ, ਮਾਇਆ ਦਾ ਮੋਹ ਇਹ ਮਿਟ ਜਾਂਦਾ ਹੈ। ਅਨ ਦਿਨ ਨਾਮ ਲਏ। ਅਤੇ ਰਾਤ ਦਿਨ ਪਰਮੇਸ਼ਰ ਦਾ ਨਾਮ ਲੈਣਾ ਕਰੀਦਾ ਹੈ। ਜਾਂ ਜੋ ਸਤਿਗੁਰਾਂ ਨਾਲ ਮਿਲ ਕੇ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਲੈਣਾ ਕਰਦਾ, ਜਪਣਾ ਕਰਦਾ ਹੈ, ਉਸ ਦੇ ਅੰਦਰ ਸ਼ਾਂਤ ਰੂਪ ਪਰਮੇਸ਼ਰ ਦੀ ਪ੍ਰਾਪਤੀ ਰੂਪ ਸ਼ਾਂਤੀ ਪ੍ਰਗਟ ਹੋ ਆਉਂਦੀ ਹੈ। ਮੇਰੇ
ਇਸ ਲਈ ਹੇ ਮੇਰਿਆ ਮਨ ਹਰ ਅੰਮ੍ਰਿਤ ਨਾਮ ਧਿਆਏ। ਤੂੰ ਹਰੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਧਿਆ ਕਰ, ਬਿਰਤੀ ਕਰਕੇ ਧਿਆਉਣਾ ਕਰ। ਸਤਿਗੁਰ ਪੁਰਖ ਮਿਲੈ ਨਾਉ ਪਾਈਐ। ਪੂਰਨ ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਹੀ ਪਰਮੇਸ਼ਰ ਦਾ ਨਾਮ ਅੰਮ੍ਰਿਤ ਪਾਉਣਾ ਕਰੀਦਾ ਹੈ। ਹਰ ਨਾਮੇ ਸਦਾ ਸਮਾਏ। ਅਤੇ ਹਰੀ ਪਰਮੇਸ਼ਰ ਦਾ ਨਾਮ ਜਪਣ ਨਾਲ ਹਮੇਸ਼ਾ ਵਸਦੇ ਉਸ ਦੇ ਸਰੂਪ ਦੇ ਵਿੱਚ ਸਮਾ ਜਾਈਦਾ, ਲੀਨ ਹੋ ਜਾਈਦਾ ਹੈ। ਰਹਾਉ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਮਨਮੁਖ ਸਦਾ ਵਿਛੜੇ ਫਿਰ ਹੈ। ਮਨਮੁਖ ਪੁਰਖ ਵਿੱਚ 4 ਮੁੱਖ ਔਗਣ ਹੁੰਦੇ ਨੇ। ਇੱਕ ਤਾਂ ਉਹਦਾ ਔਗਣ ਹੈ ਵੀ ਕਰੂਰਤਾ, ਉਹ ਦੁਖੀ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਕਰੜ ਪੱਥਰ ਖੜਬੰਜ ਦਿਮਾਗ ਹੁੰਦਾ, ਬੰਦਾ ਤੜਫਦਾ ਹੋਊਗਾ ਤੇ ਦੰਦੀਆਂ ਖਰਾਈ ਜਾਊਗਾ, ਜਿਸ ਤਰ੍ਹਾਂ ਅੱਜ ਕੱਲ੍ਹ ਲੋਕ ਕਰਦੇ ਨੇ। ਫੇਸਬੁੱਕ, YouTube ਨੇ ਲੋਕਾਂ ਨੂੰ ਇੰਨਾ ਕਮਲੇ ਕੀਤਾ ਹੋਇਆ, ਬੰਦਾ ਤੜਫਦਾ ਹੁੰਦਾ ਤੇ ਉਹਦੀਆਂ ਮੂਵੀਆਂ ਬਣਾ ਸੁੱਟੀ ਜਾਂਦੇ ਨੇ ਫੇਸਬੁੱਕ 'ਤੇ। ਇਹ ਨਹੀਂ ਵੀ ਉਹਨੂੰ ਫੜੀ ਉਹਦੇ ਮੂੰਹ 'ਚ ਪਾਣੀ ਪਾਈਏ, ਕੈਮਰੇ ਲਾ ਕੇ ਖੜੋ ਜਾਣਗੇ। ਇਹੋ ਜਿਹੇ ਮਨਮੁਖ ਕਰੂਰਤਾ ਵਾਲੇ ਨੇ। ਦੂਜਾ ਔਗਣ ਹੁੰਦਾ ਦਵੈਸ਼ ਕਰਨਾ, ਸੁਖੀ ਨੂੰ ਵੇਖ ਕੇ ਈਰਖਾ ਕਰਦਾ ਹੈ ਤੇ ਮਨ ਵਿੱਚ ਖੁਸ਼ ਨਹੀਂ ਹੁੰਦਾ, ਅਕਾਰਨ ਹੀ ਵੈਰ ਕਰੀ ਜਾਂਦਾ, ਦਵੈਸ਼ ਕਰਦਾ। ਤੀਸਰਾ ਔਗਣ ਹੈ ਵੈਰ ਕਰਨਾ, ਦੂਜੇ ਦੀ ਪ੍ਰਭਤਾ ਨੂੰ ਵੇਖ ਕੇ ਦੁਖੀ ਹੁੰਦਾ, ਸੜਦਾ ਹੈ, ਸੋਚੀ ਜਾਂਦਾ ਕਿ ਇਹਦੀ ਪ੍ਰਭਤਾ ਮੈਂ ਨਾਸ਼ ਕਿਵੇਂ ਕਰਾਂ। ਬੜੇ ਉਲਟੇ ਸਿੱਧੇ ਯਤਨ ਕਰਦਾ, ਆਪ ਦਾ ਕੰਮ ਵਿਗਾੜ ਕੇ ਤੇ ਦੂਜਿਆਂ ਦੀ ਚੁਗਲੀ ਮਾਰਨ ਜਾਂਦਾ। ਤੇ ਜਿਹੜਾ ਚੌਥਾ ਔਗਣ ਉਹ ਅਯੋਗ ਹੱਠ, ਆਪਣੀ ਗੱਲ ਮਨਾਉਣ ਲਈ ਅਯੋਗ ਹੱਠ ਕਰਦਾ ਹੈ ਕਿ ਮੰਨਦਾ ਕਿ ਨਹੀਂ ਮੰਨਦਾ। ਸੋ ਇੰਝ ਮਨਮੁਖਾਂ ਦੇ ਅੰਦਰ ਹੰਕਤਾ ਰੂਪੀ ਵੱਡਾ ਕੋੜ ਦਾ ਰੋਗ ਹੈ। ਇਸ ਕਰਕੇ ਉਹਨਾਂ ਦੇ ਸਿਰ ਤੇ ਮਹਾਰਾਜ ਕਹਿੰਦੇ, ਮਨਮੁਖ ਸਦਾ ਵਿਛੜੇ ਫਿਰ ਹੈ। ਜਿਹੜਾ ਮਨਮੁਖ ਹੈ, ਆਪਣੇ ਮਨ ਨੂੰ ਮੁਖੀ ਬਣਾਉਣ ਵਾਲਾ ਪੁਰਖ ਹਮੇਸ਼ਾ ਪਰਮੇਸ਼ਰ ਤੋਂ ਵਿਛੜ ਕੇ ਉਹਨਾਂ ਦੇ ਵਿੱਚ ਤੁਰੇ ਫਿਰਦੇ ਨੇ। ਹੋਏ ਨਾ ਕਿਸ ਹੀ ਨਾਲ, ਮਨਮੁਖ ਦੇ ਨਾਲ ਕੋਈ ਵੀ ਨਹੀਂ ਹੁੰਦਾ, ਉਹ ਇਕੱਲਾ ਰਹਿ ਜਾਂਦਾ। ਕਿਸੇ ਵੀ ਮਨਮੁਖ ਪੁਰਖ ਨਾਲ ਕੋਈ ਸੰਬੰਧੀ ਅੰਦਰੋਂ ਪਿਆਰ ਨਹੀਂ ਕਰਦਾ ਹੈ। ਹਉਮੈ ਵੱਡਾ ਰੋਗ ਹੈ। ਉਹਨਾਂ ਮਨਮੁਖਾਂ ਦੇ ਅੰਦਰ ਹਉਮੈ ਦੀਰਘ ਰੋਗ ਹੈ, ਕੈਂਸਰ ਦਾ, ਕੋੜ ਦਾ ਬਹੁਤ ਵੱਡਾ ਰੋਗ ਹੈ। ਸਿਰ ਮਾਰੇ ਜਮ ਕਾਲ, ਇਸ ਕਰਕੇ ਉਹਨਾਂ ਦੇ ਸਿਰ ਉੱਪਰ ਜਮਕਾਲ ਡੰਡੇ ਮਾਰਦਾ ਹੈ। ਅੱਗੇ ਜਮਕਾਲ ਲੇਖਾ ਲੇਵੈ, ਜਿਉ ਤਿਲ ਕਹਾਣੀ ਪੀੜਾਈਂਦਾ। ਗੁਰਮਤਿ ਸਤ ਸੰਗਤ ਨਾ ਵਿਛੜੈ ਹੈ। ਗੁਰ ਸਿੱਖਿਆ ਨੂੰ ਧਾਰਨ ਵਾਲੇ ਗੁਰਮੁਖ ਜਨ ਸਤਿਸੁਰੂ ਦੀ ਪ੍ਰਾਪਤੀ ਵਾਲੀ ਸੰਗਤ ਨਾਲੋਂ ਕਦੇ ਵੀ ਨਹੀਂ ਵਿਛੜਦੇ। ਅਨ ਦਿਨ ਨਾਮ ਸੰਭਾਲ, ਦਿਨ ਰਾਤ ਸਤਸੰਗਤ ਵਿੱਚ ਪਰਮੇਸ਼ਰ ਦੇ ਨਾਮ ਨੂੰ ਉਹ ਯਾਦ ਕਰਦੇ ਰਹਿੰਦੇ ਹਨ। ਸਭਨਾ ਕਰਤਾ ਏਕ ਤੂੰ, ਗੁਰਮੁਖ ਜਨਾਂ ਦਾ ਐਸਾ ਨਿਸ਼ਚੈ ਹੈ ਕਿ ਇਹ ਪਰਮੇਸ਼ਰ ਇੱਕ ਤੂੰ ਹੀ ਸਾਰਿਆਂ ਦਾ ਰਚਨਹਾਰ ਹੈ ਤੇ ਸਾਰਿਆਂ ਦੇ ਕਰਮਾਂ ਧਰਮਾਂ ਦਾ। ਨਿਤ ਕਰ ਦੇਖੈ ਵਿਚਾਰ, ਵਿਚਾਰ ਨਿਤਾ ਪ੍ਰਤੀ ਕਰਕੇ ਵੇਖਦਾ ਹੈ ਜਾਂ ਸਾਰਿਆਂ ਨੂੰ ਪੈਦਾ ਕਰਕੇ
ਨਿਤਾ ਪ੍ਰਤੀ ਪਾਲਣਾ ਕਰਨ ਰੂਪ ਦੇਖਦਾ ਤੇ ਜੀਵਨ ਦੇ ਕਰਮਾਂ ਦਾ ਵਿਚਾਰ ਕਰਦਾ ਹੈ। ਇੱਕ ਗੁਰਮੁਖ ਆਪ ਮਿਲਾਇਆ, ਇੱਕ ਨਾ ਗੁਰਮੁਖਾਂ ਨੂੰ ਤੂੰ ਆਪ ਆਪਣੇ ਨਾਲ ਗੁਰਾਂ ਦੁਆਰਾ ਮਿਲਾਉਣਾ ਕਰਦਾ ਹੈ। ਬਖਸ਼ੇ ਭਗਤ ਭੰਡਾਰ, ਕਿਉਂਕਿ ਉਹਨਾਂ ਨੂੰ ਪੂਰਨ ਗੁਰਾਂ ਨੇ ਭਗਤੀ ਦੇ ਖਜ਼ਾਨੇ ਜੋ ਬਖਸ਼ ਦਿੱਤੇ ਹਨ। ਤੂੰ ਆਪੇ ਸਭ ਕਿਛ ਜਾਣਦਾ, ਇਹ ਪਰਮੇਸ਼ਰ ਜਦ ਤੂੰ ਆਪ ਹੀ ਸਾਰਾ ਕੁਝ ਜਾਣਦਾ ਹੈ, ਕਿਸ ਆਗੈ ਕਰੀ ਪੁਕਾਰ, ਤਦ ਫਿਰ ਮੈਂ ਹੋਰ ਕਿਸ ਦੇ ਅੱਗੇ ਜਾ ਕੇ ਫਰਿਆਦ ਕਰਾਂ। ਹਰ ਹਰ ਨਾਮ ਅੰਮ੍ਰਿਤ ਹੈ, ਇਸ ਲਈ ਵਿਣ ਬੋਲਿਆ ਸਭ ਕੁਛ ਜਾਣਦਾ, ਕਿਸੇ ਆਗਿਆ ਕੀਚੇ ਅਰਦਾਸ। ਜਿਹੜਾ ਬਿਨਾਂ ਬੋਲਿਆਂ ਤੋਂ ਹੀ ਸਭ ਕੁਝ ਜਾਣਦਾ, ਉਸ ਅੰਤਰਜਾਮੀ ਨੂੰ ਛੱਡ ਕੇ ਕਿਹਦੇ ਅੱਗੇ ਅਰਦਾਸ ਕਰਨੀ ਹੈ ਭਾਈ? ਵਾਹਿਗੁਰੂ ਅੱਗੇ ਅਰਦਾਸ ਕਰੋ, ਤੇ ਅਰਦਾਸ ਹੀ ਕਰਨੀ ਬਣਦੀ ਹੈ, ਕਿਉਂਕਿ ਜਿਸ ਅੱਗੇ ਜ਼ੋਰ ਨਾ ਚੱਲਈ ਖਲੇ ਕੀਚੀ ਅਰਦਾਸ, ਜ਼ੋਰ ਤਾਂ ਕੋਈ ਹੈ ਨਹੀਂ, ਇਸ ਲਈ ਅਰਦਾਸ ਜ਼ਰੂਰੀ ਹੈ। ਇਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ, ਜੋ ਤੇਰਾ ਨਾਮ ਅੰਮ੍ਰਿਤ ਹੈ, ਜਾਂ ਜੋ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਨਾਮ ਅੰਮ੍ਰਿਤ ਹੈ, ਨਜ਼ਰੀ ਪਾਇਆ ਜਾਏ, ਉਹ ਗੁਰਾਂ ਜਾਂ ਤੇਰੀ ਕਿਰਪਾ ਦ੍ਰਿਸ਼ਟੀ ਕਰਕੇ ਹੀ ਪਾਇਆ ਜਾਂਦਾ ਹੈ। ਅਨ ਦਿਨ ਹਰ ਹਰ ਉਚਰੈ, ਇਹ ਪਰਮੇਸ਼ਰ ਜਿਨ੍ਹਾਂ ਨੂੰ ਤੇਰਾ ਨਾਮ ਅੰਮ੍ਰਿਤ ਪ੍ਰਾਪਤ ਹੋਇਆ ਹੈ, ਉਹ ਗੁਰਾਂ ਦੀ ਉਪਦੇਸ਼ ਦੁਆਰਾ, ਗੁਰ ਕੈ ਸਹਿਜ ਸੁਭਾਏ, ਗੁਰਾਂ ਦੀ ਉਪਦੇਸ਼ ਦੁਆਰਾ ਸੁਤੇ ਸਿੱਧ ਸੁਭਾਵਕ ਹੀ ਦਿਨ ਰਾਤ ਤੇਰੇ ਹਰ ਹਰ ਨਾਮ ਨੂੰ ਉਚਾਰਦੇ ਰਹਿੰਦੇ ਨੇ। ਜਾਂ ਜਿਨ੍ਹਾਂ ਨੂੰ ਗੁਰਾਂ ਦੀ ਉਪਦੇਸ਼ ਦੁਆਰਾ ਸੁਤੇ ਸਿੱਧ ਹੀ ਤੇਰੇ ਸ੍ਰੇਸ਼ਟ ਸਰੂਪ ਦਾ ਪ੍ਰਕਾਸ਼ ਹੋਇਆ, ਜਾਂ ਜਿਨ੍ਹਾਂ ਨੇ ਗੁਰਾਂ ਦੀ ਉਪਦੇਸ਼ ਦੁਆਰਾ ਸ਼ਾਂਤੀ ਸੁਭਾਅ ਨੂੰ ਧਾਰਨ ਕੀਤਾ, ਉਹ ਰਾਤ ਦਿਨ ਤੇਰੇ ਹਰ ਹਰ ਨਾਮ ਨੂੰ ਉਚਾਰਦੇ ਰਹਿੰਦੇ ਹਨ। ਨਾਨਕ ਨਾਮ ਨਿਧਾਨ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ, ਪਰਮੇਸ਼ਰ ਤੇਰਾ ਨਾਮ ਸਾਰੇ ਗੁਣਾਂ ਦਾ, ਪਦਾਰਥਾਂ ਦਾ, ਨਿਧੀਆਂ ਦਾ ਖਜ਼ਾਨਾ ਹੈ। ਨਾਮੇ ਹੀ ਚਿਤ ਲਾਏ, ਇਸ ਕਰਕੇ ਗੁਰਮੁਖ ਜਨਾਂ ਨੇ ਤੇਰੇ ਨਾਮ ਨਾਲ ਹੀ ਹਿਰਦਾ ਲਾਉਣਾ ਕੀਤਾ ਹੈ। ਮਲਾਰ ਮਹੱਲਾ ਤੀਜਾ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਲਾਰ ਰਾਗ ਵਿੱਚ ਸ਼ੋਭਾਵਨ ਉਪਦੇਸ਼ ਬਖਸ਼ਦੇ ਨੇ। ਗੁਰ ਸਾਲਾਹੀ ਸਦਾ ਸੁਖ ਦਾਤਾ, ਇਹ ਭਾਈ ਹਮੇਸ਼ਾ ਸੁੱਖਾਂ ਦੇ ਦੇਣ ਵਾਲੇ ਉਹਨਾਂ ਸਤਿਗੁਰਾਂ ਨੂੰ ਸਲਾਹੁਣਾ ਕਰੋ। ਅਬ ਨਾਰਾਇਣ ਸੋਈ, ਜੋ ਸਤਿਗੁਰੂ ਸਾਹਿਬ ਜੀ ਉਸ ਹਰੀ ਪਰਮੇਸ਼ਰ ਦਾ ਸਰੂਪ ਨੇ, ਜਾਂ ਜਿਸ ਵਿੱਚ ਅਵਿਦਿਆ ਰੂਪ ਰਾਤ ਨਹੀਂ ਹੈ, ਜਿਸ ਵਿੱਚ ਕਾਮ ਕ੍ਰੋਧ ਰੂਪ ਵੈਰੀਆਂ ਦਾ ਘਰ ਨਹੀਂ ਹੈ, ਉਸ ਸਮਰੱਥ ਪਰਮੇਸ਼ਰ ਦਾ ਜੋ ਸਤਿਗੁਰੂ ਸਾਹਿਬ ਜੀ ਸਰੂਪ ਨੇ, ਉਹਨਾਂ ਨੂੰ ਸਲਾਹੁਣਾ ਕਰੋ। ਉਸ ਸਮਰੱਥ ਪਰਮੇਸ਼ਰ ਨੂੰ ਸੁੱਖਾਂ ਦੇ ਦਾਤੇ ਗੁਰਾਂ ਦੁਆਰਾ ਹਮੇਸ਼ਾ ਹੀ ਸਲਾਹੁਣਾ ਕਰੋ ਭਾਈ। ਗੁਰ ਪ੍ਰਸਾਦ ਪਰਮ ਪਦ ਪਾਇਆ, ਜਿਨ੍ਹਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਵੱਡੀ ਪਦਵੀ ਭਾਵਕ ਹੈ ਮੋਖ ਨੂੰ ਪਾਇਆ ਹੈ, ਵੱਡੀ ਵਡਿਆਈ ਹੋਈ, ਉਹਨਾਂ ਨੂੰ ਲੋਕ ਪਰਲੋਕ 'ਚ ਵੱਡੀ ਮਹਿਮਾ ਪ੍ਰਾਪਤ ਹੁੰਦੀ ਹੈ। ਆਨ ਦਿਨ ਗੁਣ ਗਾਵੇ ਨਿਤ ਸਾਚੇ, ਜੋ ਰਾਤ ਨੇ ਨਿਤਾ ਪ੍ਰਤੀ ਸੱਚੇ ਪਰਮੇਸ਼ਰ ਦੇ ਜਸਰੂਪ ਗੁਣਾਂ ਨੂੰ ਗਾਉਂਦਾ ਹੈ। ਸੱਚ ਸਮਾਵੈ ਸੋਈ, ਉਹ ਪੁਰਖ ਸਤਿਸਰੂਪ ਦੇ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ ਹੈ। ਮਨ ਰੇ ਇਸ ਲਈ ਹੀ ਮੇਰਿਆ ਮਨ, ਗੁਰਮੁਖ ਹਿਰਦੈ ਵਿਚਾਰ, ਤੂੰ ਵੀ ਗੁਰਮੁਖਾਂ ਦੀ ਸੰਗਤ ਦੁਆਰਾ ਜਾਂ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਹਿਰਦੇ ਵਿੱਚ ਨਾਮ ਰੂਪ ਬਾਣੀ ਜਾਂ ਨਾਮ ਨੂੰ ਵਿਚਾਰ ਨਾ ਕਰ। ਰਾਜ ਕੂੜ ਕੁਟੰਬ ਹਉ ਮੈਂ ਬਿਖ ਤ੍ਰਿਸ਼ਨਾ, ਝੂਠੇ ਕੁਟੰਬ ਟੱਬਰ ਟੋਰ ਪਰਿਵਾਰ ਦੀ ਹੰਗਤਾ ਇਹ ਛੱਡ ਦੇ, ਜਾਂ ਝੂਠ ਬੋਲਣਾ ਛੱਡ ਦੇ,
ਪਰਿਵਾਰ ਦਾ ਮੋਹ ਛੱਡ ਦੇ, ਦੇਹ ਦੀ ਹੰਗਤਾ ਛੱਡ ਦੇ ਅਤੇ ਜੋ ਵਿਸ਼ੇ ਵਿਕਾਰ ਤੇ ਰਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਆਦਿਕ ਸਭ ਕੁਝ ਦਾ ਤਿਆਗ ਕਰ ਦੇਣਾ ਕਰ। ਚੱਲਣ ਹਿਰਦੈ ਸਮਾਲ ਅਤੇ ਸੰਸਾਰ ਵਿੱਚੋਂ ਆਪਣੇ ਆਪ ਨੂੰ ਚਲਿਆ ਜਾਣ ਵਾਲਾ ਸਮਝ ਕੇ ਹਿਰਦੇ ਵਿੱਚ ਪਰਮੇਸ਼ਰ ਨੂੰ ਯਾਦ ਕਰ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਤਿਗੁਰ ਦਾਤਾ RAM ਨਾਮ ਕਾ। ਹੇ ਭਾਈ, ਇੱਕ ਪੂਰਨ ਸਤਿਗੁਰੂ ਸਾਹਿਬ ਜੀ ਪਰਮੇਸ਼ਰ ਦੇ ਨਾਮ ਦਾ ਦਾਤਾ ਹੈ। ਹੋਰ ਦਾਤਾ ਕੋਈ ਨਾਹੀ, ਗੁਰਾਂ ਤੋਂ ਬਗੈਰ ਹੋਰ ਕੋਈ ਵੀ ਦਾਤਾ ਨਹੀਂ ਹੈ। ਜੀ ਦਾਨ ਦੇ ਤ੍ਰਿਪਤਾਸੇ, ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਜੀਵਨ ਮੁਕਤੀ ਦਾ ਦਾਨ ਦੇ ਕੇ ਤ੍ਰਿਪਤ ਕਰ ਦਿੰਦੇ ਨੇ ਜਾਂ ਅਤਸੇ ਕਰਕੇ ਆਤਮਿਕ ਆਨੰਦ ਦੁਆਰਾ ਤ੍ਰਿਪਤ ਕਰ ਦਿੰਦੇ ਨੇ। ਜੈ ਨਾਮ ਸਮਾਹੀ, ਉਹ ਸੱਚੇ ਨਾਮ ਨੂੰ ਜਪਣ ਕਰਕੇ ਸਤ ਸਰੂਪ ਦੀ ਸਮਾਹੜਾ ਆਨੰਦ ਦੇ ਵਿੱਚ ਲੀਨਤਾ ਵਾਲੇ ਬਣ ਜਾਂਦੇ, ਸੱਚ ਸਰੂਪ ਦੇ ਵਿੱਚ ਹੀ ਸਮਾ ਜਾਂਦੇ, ਲੀਨ ਹੋ ਜਾਂਦੇ, ਜਾਂ ਸੱਚੇ ਨਾਮੀ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਆਨੰਦਿਤ ਹੋ ਜਾਂਦੇ ਨੇ। ਆਨ ਦਿਨ ਹਰ ਰਵਿਆ ਰਿਦ ਅੰਤਰ, ਜਿਨ੍ਹਾਂ ਨੇ ਦਿਨ ਰਾਤ ਚਿੱਤ ਵਿੱਚ ਹਰੀ ਪਰਮੇਸ਼ਰ ਨੂੰ ਉਚਾਰਿਆ ਹੈ। ਸਹਿਜ ਸਮਾਧ ਲਗਾਹੀ, ਉਹਨਾਂ ਦੀ ਗੁਰ ਕਿਰਪਾ ਦੁਆਰਾ ਗਿਆਨ ਸਰੂਪ ਦੇ ਵਿੱਚ ਸਮਾਧੀ ਲੱਗੀ ਰਹਿੰਦੀ ਹੈ। ਸਤਿਗੁਰ ਸਬਦੀ ਇਹੋ ਮਨ ਭੇਦਿਆ, ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਇਸ ਮਨ ਨੂੰ ਪਰਮੇਸ਼ਰ ਨਾਲ ਮਿਲਿਆ ਮਿਲਾਇਆ ਹੈ। ਹਿਰਦੈ ਸਾਚੀ ਬਾਣੀ, ਉਹਨਾਂ ਦੇ ਹਿਰਦੇ ਵਿੱਚ ਸੱਚੀ ਧੁਰ ਕੀ ਬਾਣੀ ਵਸੀ ਹੋਈ ਹੈ। ਮੇਰਾ ਪ੍ਰਭ ਅਲਖ ਨਾ ਜਾਈ ਲਖਿਆ, ਮੇਰਾ ਪਰਮੇਸ਼ਰ ਜਿਹਦੀ ਕਥਾ ਤੁਹਾਨੂੰ ਸੁਣਾ ਰਹੇ ਹਾਂ ਉਹ ਲਖਣ ਤੋਂ ਰਹਿਤ, ਜੋ ਆਪਣੇ ਆਪ ਕਿਸੇ ਦੇ ਪਾਸੋਂ ਸ਼ਕਤੀ ਵਰਤੀ ਕਰਕੇ ਜਾਣਿਆ ਨਹੀਂ ਜਾ ਸਕਦਾ। ਗੁਰਮੁਖ ਅਕਥ ਕਹਾਣੀ, ਗੁਰਮੁਖ ਜਨ ਜਾਂ ਮੁਖੀ ਗੁਰੂ ਸਾਹਿਬ ਜੀ ਉਸ ਕਥਨ ਤੋਂ ਰਹਿਤ ਪਰਮੇਸ਼ਰ ਸਰੂਪ ਦੀ ਕਥਾ ਨੂੰ ਲਖਣਾ ਬਿਰਤੀ ਦੁਆਰਾ ਕਥਨ ਕਰ ਦਿੰਦੇ ਹਨ। ਆਪੇ ਦਇਆ ਕਰੇ ਸੁਖ ਦਾਤਾ, ਸੁੱਖਾਂ ਨੂੰ ਦੇਣ ਵਾਲਾ ਗੁਰੂ ਜਦ ਆਪ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਜਪੀਐ ਸਾਰਿੰਗ ਪਾਣੀ, ਤਾਂ ਹੀ ਉਸ ਹੱਥਾਂ ਵਿੱਚ ਸਾਰੰਗ ਨਾਮੀ ਧਨਕ ਨੂੰ ਧਾਰਨ ਵਾਲੇ, ਅੰਗਾਂ ਨੂੰ ਸ੍ਰੇਸ਼ਟਤਾਈ ਦੇਣ ਵਾਲੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਆਵਣ ਜਾਣਾ ਬਹੁੜ ਨਾ ਹੋਵੇ, ਸੋ ਉਹਨਾਂ ਦਾ ਜੰਮ ਕੇ ਆਉਣਾ ਤੇ ਮੁੜ ਕੇ ਜਾਣਾ ਇਹ ਨਹੀਂ ਹੁੰਦਾ। ਗੁਰਮੁਖ ਸਹਿਜ ਧਿਆਇਆ, ਜਿਸ ਗੁਰਮੁਖ ਜਾਨੀ ਗੁਰਾਂ ਦੁਆਰਾ ਸੁਤੇ ਸਿੱਧੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ, ਉਹ ਜੰਮਣ ਦੇ ਮਰਨ ਤੋਂ ਰਹਿਤ ਹੋ ਗਏ ਨੇ। ਜੰਮਣ ਮਰਨ ਤਿਸ ਕੋ ਜੋ ਹਰ ਲੜ ਲਾਗੇ, ਜੰਮਣ ਮਰਨੋਂ ਬਾਹਰ ਇਹ ਪਰਉਪਕਾਰੀ ਜਗ ਵਿੱਚ ਆਏ। ਮਨ ਹੀ ਤੇ ਮਨ ਮਿਲਿਆ ਸੁਆਮੀ, ਗੁਰਾਂ ਦੇ ਮੰਤਰ ਤੋਂ ਹੀ ਹਿਰਦੇ ਵਿੱਚ ਮਾਲਕ ਪਰਮੇਸ਼ਰ ਮਿਲ ਗਿਆ ਹੈ। ਜਾਂ ਜਦ ਅਸ਼ੁੱਧ ਮਨ ਨੂੰ ਸ਼ੁੱਧ ਮਨ ਦੇ ਨਾਲ ਸੁਧਾਰ ਲਿਆ ਤਦ ਸੁਆਮੀ ਪਰਮੇਸ਼ਰ ਮਿਲ ਗਿਆ। ਮਨ ਹੀ ਮਨ ਸਮਾਇਆ, ਅਤੇ ਗੁਰਾਂ ਦੇ ਮੰਤਰ ਤੋਂ ਚਿੱਤ ਸੱਚ ਸਰੂਪ ਦੇ ਵਿੱਚ ਸਮਾਇਆ। ਜਾਂ ਨਿਸ਼ਚੈ ਕਰਕੇ ਜਦ ਗੁਰਾਂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਮੰਨਣ ਕਰਕੇ ਨਿਧਿਆਸਨ ਕੀਤਾ ਤਦ ਸੱਚ ਸਰੂਪ ਦੇ ਵਿੱਚ ਸਮਾ ਗਿਆ। ਇਸੇ ਪ੍ਰਕਾਰ ਮਨ ਹੀ ਤੇ ਮਨ ਮਿਲਿਆ ਸੁਆਮੀ, ਸੋ
ਗੁਰਾਂ ਦੇ ਮੰਤਰ ਤੋਂ ਹੀ ਹਿਰਦੇ ਵਿੱਚ ਮਾਲਕ ਪਰਮੇਸ਼ਰ ਮਿਲਿਆ ਹੈ। ਮਨ ਹੀ ਮਨ ਸਮਾਇਆ। ਗੁਰਾਂ ਦੇ ਮੰਤਰ ਨੂੰ ਹਿਰਦੇ ਵਿੱਚ ਮੰਨਣ ਕਰਨ ਤੋਂ ਹੀ ਸੁਆਮੀ ਮਿਲਿਆ, ਜਿਸ ਕਾਰਨ ਹੀ ਨਿਸ਼ਚੈ ਕਰਕੇ ਬ੍ਰਹਮ ਦੇ ਵਿੱਚ ਮਨ ਜੀਵ ਸਮਾਇਆ ਹੈ। ਸਾਚੇ ਹੀ ਸੱਚ ਸਾਚ ਪਤੀਜੈ। ਜਿਨ੍ਹਾਂ ਦਾ ਗੁਰ ਉਪਦੇਸ਼ ਜਾਂ ਸੱਚੇ ਨਾਮ ਨਾਲ ਹੀ ਸੱਚ ਨਿਸ਼ਚੈ ਕਰਕੇ ਸੱਚ ਸਰੂਪ ਚ ਮਨ ਪਤੀਜ ਗਿਆ ਹੈ। ਜੋ ਆਪ ਗਵਾਇਆ। ਉਹਨਾਂ ਨੇ ਆਪਣੇ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਗਵਾ ਲਿਆ ਹੈ। ਏਕੋ ਏਕ ਵਸੈ ਮਨ ਸੁਆਮੀ। ਜਿਸ ਦੇ ਚਿੱਤ ਵਿੱਚ ਇੱਕੋ ਇੱਕ ਮਾਲਕ ਪਰਮੇਸ਼ਰ ਵਸਦਾ ਹੈ। ਦੂਜਾ ਅਵਰ ਨਾ ਕੋਈ। ਜਿਹਨੂੰ ਇਹ ਨਿਸ਼ਚਾ ਹੈ ਕਿ ਲੋਕ ਪਰਲੋਕ 'ਚ ਇੱਕੋ ਮਾਲਕ ਵਿਆਪਕ ਹੈ ਤੇ ਸਭ ਦੇ ਮਨ ਵਿੱਚ ਵੀ ਇੱਕੋ ਮਾਲਕ ਪਰਮੇਸ਼ਰ ਉਹਨਾਂ ਦੀ ਬਿਰਤੀ ਵਿੱਚ, ਸੋ ਦੂਜਾ ਹੋਰ ਕੋਈ ਵੀ ਨਹੀਂ ਹੈ। ਏਕੋ ਨਾਮ ਅੰਮ੍ਰਿਤ ਹੈ ਮੀਠਾ। ਇੱਕੋ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੀ ਮਿੱਠਾ ਪਿਆਰਾ ਹੈ। ਜਗ ਨਿਰਮਲ ਸੱਚ ਸੋਈ। ਉਹੀ ਜਗਤ ਵਿੱਚ ਉਜਲ ਤੇ ਸੱਚਾ ਹੈ, ਜਾਂ ਉਹੀ ਸੱਚਾ ਨਾਮ ਹੀ ਜਗਤ ਜੀਵ ਨੂੰ ਅਸਤ ਜੜ ਦੁਖਰੂ ਮਾਇਆ ਤੋਂ ਉਜਲ ਕਰਨ ਵਾਲਾ। ਜਿਨ੍ਹਾਂ ਨੇ ਇਸ ਸੱਚੇ ਨਾਮ ਨੂੰ ਹਿਰਦੇ 'ਚ ਵਸਾਇਆ ਉਹ ਨਿਰਮਲ ਉਜਲ ਜੀਵਨ ਵਾਲੇ ਹੋ ਗਏ ਨੇ। ਨਾਨਕ ਨਾਮ ਪ੍ਰਭੂ ਤੇ ਪਾਈਐ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਉਹ ਗੁਰਮੁਖ ਜਨ ਹੀ ਪ੍ਰਭੂ ਨੂੰ ਨਾਮ ਨੂੰ ਗੁਰਾਂ ਦੀ ਕਿਰਪਾ ਤੋਂ ਜਪਣਾ ਪਾਉਂਦੇ ਹਨ। ਜਿਨ ਕਉ ਧੁਰ ਲਿਖਿਆ ਹੋਈ। ਜਿਨ੍ਹਾਂ ਦੇ ਆਦੋਂ ਈਸ਼ਰ ਨੇ ਪੂਰਬਲੇ ਕਰਮਾਂ ਦੇ ਪ੍ਰੇਰੇ ਹੋਏ ਨੇ, ਸ੍ਰੇਸ਼ਟ ਲੇਖ ਲਿਖਿਆ ਹੁੰਦਾ ਹੈ, ਉਹਨਾਂ ਨੂੰ ਹੀ ਸਤਿਗੁਰੂ ਜੀ ਨਾਮ ਜਪਾ ਕੇ ਤੇ ਮੁਕਤ ਕਰ ਦਿੰਦੇ ਨੇ। ਉਹ ਨਾਮ ਪਰਮੇਸ਼ਰ ਦੀ ਕਿਰਪਾ ਤੋਂ ਸਰਮਰੱਥ ਗੁਰਾਂ ਤੋਂ ਹੀ ਪਾਉਣਾ ਕਰੀਦਾ, ਗੁਰੂ ਘਰ ਤੋਂ ਬਗੈਰ। ਤੇ ਇਹ ਜਿਹੜਾ ਨਾਮ ਹੈ ਕਥਾ ਕੀਰਤਨ ਸੁਣਨ ਨੂੰ ਨਹੀਂ ਮਿਲਦਾ। ਮਲਾਰ ਮਹੱਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਇਹ ਬਣ ਆਵੇ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਅਗਲਾ ਸ਼ਬਦ ਉਚਾਰ ਰਹੇ ਨੇ। ਗਾਣ ਗੰਧਰਵ ਨਾਮੇ ਸਭ ਉਦਰੇ। ਗਾਣ ਸ਼ਿਵ ਜੀ ਦੇ ਟੌਣਾ ਛਾਉਣ ਆਦਿਕ ਸੇਵਕ ਤੇ ਵਿਸ਼ਨੂੰ ਦੇ ਨੰਦ ਸਨੰਦਨ ਆਦਿਕ ਸੇਵਕ ਜਾਂ ਗਣ ਸਮੂਹ ਲੋਕ ਸੰਸਾਰ ਤੋਂ ਉਧਰ ਗਏ। ਸੋ ਗੰਧਰਵ ਦੇਵਤਿਆਂ ਦੇ ਰਾਗੀ ਆਦਿਕ ਸਾਰੇ ਸੰਸਾਰ ਸਮੁੰਦਰ ਤੋਂ ਧਰੇ ਹਨ। ਗੁਰ ਕਾ ਸ਼ਬਦ ਵਿਚਾਰ। ਇਸ ਤਰ੍ਹਾਂ ਧਰੇ ਨੇ ਜਦ ਗੁਰਾਂ ਦਾ ਉਪਦੇਸ਼ ਵਿਚਾਰਿਆ, ਵਿਚਾਰ ਕੇ ਹੀ ਸਾਰੇ ਤਰੇ ਹਨ। ਲੋਕ ਜਾਣਾ ਇਹੋ ਗੀਤ ਹੈ, ਇਹੋ ਤੋਂ ਬ੍ਰਹਮ ਵਿਚਾਰ। ਜਿਉਂ ਕਾਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਹਉ ਮੈਂ ਮਾਰ ਸਦ ਮਨ ਵਸਾਇਆ। ਜਿਨ੍ਹਾਂ ਨੇ ਹੰਗਤਾ ਨੂੰ ਮਾਰ ਕੇ ਹਮੇਸ਼ਾ ਗੁਰੂ ਉਪਦੇਸ਼ ਜਾਂ ਨਾਮ ਨੂੰ ਹਿਰਦੇ 'ਚ ਵਸਾਇਆ ਹੈ। ਹਰ ਰਾਖਿਆ ਉਰ ਧਾਰ। ਉਹਨਾਂ ਨੇ ਹਿਰਦੇ 'ਚ ਹਰੀ ਪਰਮੇਸ਼ਰ ਨੂੰ ਧਾਰਨ ਕਰਕੇ ਰੱਖਿਆ ਹੈ। ਸਹਿ 부ਝਾਏ ਸੋਈ 부ਝੈ। ਜਿਸ ਨੂੰ ਸਤਿਗੁਰੂ ਜੀ ਸਮਝਾਉਂਦੇ ਨੇ ਉਹੀ ਸਰੂਪ ਦਾ ਗਿਆਨ ਸਮਝਦਾ ਹੈ, ਜਾਂ ਜਿਸ ਨੂੰ ਪਰਮੇਸ਼ਰ ਆਪਣਾ ਆਪ ਸਮਝਾਉਂਦਾ ਉਹੀ ਗੁਰਾਂ ਦੁਆਰਾ ਸਮਝਦਾ ਹੈ। ਜਿਸ ਨੂੰ ਆਪੇ ਲਏ ਮਿਲਾਏ। ਪਰ ਜਿਸ ਨੂੰ ਆਪ ਪਰਮੇਸ਼ਰ ਗੁਰਾਂ ਜਾਂ ਆਪਣੀ ਪ੍ਰਾਪਤੀ ਵਾਲੀ ਸਤਸੰਗਤ ਨਾਲ ਮਿਲਾ ਲੈਂਦਾ ਉਹੀ ਮਿਲਦਾ ਹੈ। ਅਨ ਦਿਨ ਬਾਣੀ ਸਬਦੇ ਗਾਵੈ। ਜੋ ਰਾਤ ਦਿਨੇ ਗੁਰਾਂ ਦੀ ਨਾਮ ਰੂਪ ਬਾਣੀ ਦੁਆਰਾ ਬ੍ਰਹਮ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹੈ, ਜਾਂ ਗੁਰੂ ਉਪਦੇਸ਼ ਰੂਪ ਬਾਣੀ ਨੂੰ ਗਾਉਂਦਾ ਵਿਚਾਰਦਾ ਰਹਿੰਦਾ ਹੈ। ਕਾਚ ਰਹਿ ਲਿਵ ਲਾਏ। ਉਹ ਹਰ ਵਕਤ ਸੱਚੇ ਪਰਮੇਸ਼ਰ 'ਚ ਲੈ ਬਿਰਤੀ ਲਾ ਕੇ ਰਹਿੰਦਾ ਹੈ। ਮਨ ਮੇਰੇ ਇਸ ਲਈ ਹੀ ਮੇਰੇ ਮਨਾ ਜਿਨ
ਖਿਨ ਨਾਮ ਸੰਭਾਲ ਤੂੰ ਛਿਨ ਛਿਨ ਕਾਲ ਚ ਪਰਮੇਸ਼ਰ ਦੇ ਨਾਮ ਨੂੰ ਯਾਦ ਕਰ। ਗੁਰ ਕੀ ਦਾਤ ਸ਼ਬਦ ਸੁਖ ਅੰਤਰ ਇਹ ਮਨ ਗੁਰਾਂ ਦੀ ਦਿੱਤੀ ਹੋਈ ਦਾਤ ਦੁਆਰਾ ਸ਼ਬਦ ਦੀ ਕਮਾਈ ਕਰਕੇ ਤੇਰੇ ਵਿੱਚੋਂ ਆਤਮਿਕ ਆਨੰਦ ਪ੍ਰਾਪਤ ਹੋਵੇਗਾ। ਸਦਾ ਨਿਭੈ ਤੇਰੇ ਨਾਲ ਜੋ ਹਮੇਸ਼ਾ ਲੋਕ ਪਰਲੋਕ ਚ ਤੇਰੇ ਨਾਲ ਨਿਭੇਗਾ। ਰਹਾਉ ਵਿਸ਼ਰਾਮ ਦੇ ਕਰ ਫਰਮਾਉਂਦੇ ਨੇ, ਮਨਮੁਖ ਪਾਖੰਡ ਕਦੇ ਨਾ ਚੁਕੈ ਮਨਮੁਖ ਪੁਰਖਾਂ ਦੇ ਹਿਰਦੇ ਚ ਕਦੇ ਵੀ ਪਖੰਡ ਚੁੱਕਿਆ ਨਹੀਂ ਜਾਂਦਾ। ਦੂਜੈ ਪਾਏ ਦੁਖ ਪਾਏ ਇਸ ਲਈ ਉਹ ਦਵੈਤ ਭਾਵ ਕਰਕੇ ਜੰਮਣ ਮਰਨ ਦੇ ਦੁੱਖ ਨੂੰ ਪਾਉਂਦੇ ਹਨ। ਨਾਮ ਵਿਸਾਰ ਵਿਖਿਆ ਮਨ ਰਾਤੇ ਪਰਮੇਸ਼ਰ ਦੇ ਨਾਮ ਨੂੰ ਭੁਲਾਉਣੇ ਕਰਕੇ ਉਹਨਾਂ ਦੇ ਮਨ ਵਿਸ਼ਿਆਂ ਜਾਂ ਮਾਇਆ ਦੇ ਵਿੱਚ ਰੰਗੇ ਹੋਏ ਹਨ। ਬਿਰਥਾ ਜਨਮ ਗਵਾਏ ਇਸੇ ਕਰਕੇ ਉਹ ਆਪਣਾ ਅਮੋਲਕ ਮਨੁੱਖਾ ਜਨਮ ਵਿਅਰਥ ਹੀ ਗਵਾਉਂਦੇ ਹਨ। ਇਹ ਵੇਲਾ ਫਿਰ ਹੱਥ ਨਾ ਆਵੇ ਉਹਨਾਂ ਦੀ ਔਗਣਾਂ ਨੂੰ ਬਖਸ਼ਾਉਣ ਵਾਲਾ ਮਨੁੱਖਾ ਜਨਮ ਰੂ ਵੇਲਾ ਵਕਤ ਮੁੜ ਕੇ ਹੱਥ ਨਹੀਂ ਆਵੇਗਾ। ਅਨ ਦਿਨ ਸਦਾ ਪਛਤਾਏ ਸਗਮਾਂ ਦਿਨੇ ਰਾਤ ਉਹ ਹਮੇਸ਼ਾ ਪਛਤਾਤਾਪ ਕਰਦੇ ਰਹਿਣਗੇ। ਮਰ ਮਰ ਜਨਮੈ ਕਦੇ ਨਾ ਬੂਝੈ ਉਹ ਮੌਤ ਦੇ ਮਾਰੇ ਹੋਏ ਮਰਦੇ ਤੇ ਵਾਸਨਾ ਦੇ ਵਧੇ ਵਾਸਨਾ ਵਧਾਵੇ ਜਾਵੇ ਜੰਮਦੇ ਤੇ ਮਰਦੇ ਰਹਿਣਗੇ। ਤਦੋਂ ਕਦਾ ਚਿੱਤ ਵੀ ਕਦੀ ਨਾ ਬੂਝੈ। ਗੁਰਾਂ ਤੋਂ ਸਵੈ ਸਰੂਪ ਬਾਰੇ ਨਹੀਂ ਪੁੱਛਦੇ, ਭਾਵ ਗੁਰਾਂ ਤੋਂ ਆਪਣੇ ਸਰੂਪ ਬਾਰੇ ਪੁੱਛ ਹੀ ਨਹੀਂ ਸਕਦੇ। ਅੰਤ ਨੂੰ ਮਾਤਾ ਦੇ ਗਰਭ ਰੂਪ ਜਾਂ ਮਿਸ਼ੀਆਂ ਰੂਪ ਰਿਸ਼ਤਾ ਮਾਹਿ ਸਮਾਏ ਜਾਂ ਨਰਕਾਂ ਰੂਪ ਗੰਦਗੀ ਦੇ ਵਿੱਚ ਹੀ ਸਮਾਉਣਗੇ ਜਾਂ ਡਿੱਗਦੇ ਨੇ। ਗੁਰਮੁਖ ਨਾਮ ਰਤੇ ਸੇ ਉਦਰੇ ਜਿਹੜੇ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਚ ਰੰਗੇ ਹੋਏ ਨੇ, ਗੁਰ ਰੰਗੇ ਸੇ ਭਏ ਨੇ ਹਾਲ, ਉਹ ਸੰਸਾਰ ਸਮੁੰਦਰ ਤੋਂ ਬਚੇ ਤਰੇ ਹਨ। ਗੁਰ ਕਾ ਸ਼ਬਦ ਵਿਚਾਰ ਕਿਉਂਕਿ ਉਹਨਾਂ ਨੇ ਗੁਰਾਂ ਦਾ ਉਪਦੇਸ਼ ਵਿਚਾਰ ਨਾ ਕੀਤਾ ਹੈ। ਜੀਵਨ ਮੁਕਤ ਹਰ ਨਾਮ ਧਿਆਇਆ ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਨੂੰ ਹਰ ਰਾਖਿਆ ਔਰ ਧਾਰ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਿਆ ਵਸਾਇਆ ਤੇ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੁਆਰਾ ਧਿਆ ਕਰ ਬਿਰਤੀ ਨਾਲ ਧਿਆਉਣਾ ਕੀਤਾ, ਉਹ ਗੁਰਮੁਖ ਜਨ ਜਿਉਂਦੇ ਹੀ ਮੁਕਤ ਨੇ, ਜਿਉਂ ਜੀਵ ਨੂੰ ਮੁਕਤ ਪੁਰਖ ਹਨ। ਮਨ ਤਨ ਨਿਰਮਲ ਨਿਰਮਲ ਮਤ ਊਤਮ ਉਹਨਾਂ ਦਾ ਮਨ ਚਿੱਤ ਤੇ ਤਨ ਸਰੀਰ ਉਜਲ ਹੈ, ਉਹਨਾਂ ਦੀ ਬੁੱਧੀ ਵੀ ਸ੍ਰੇਸ਼ਟ ਸਰੂਪ ਪਰਮੇਸ਼ਰ ਦੇ ਗੁਣ ਗਾ ਕੇ ਮਾਇਆ ਦੀ ਮੈਲ ਤੋਂ ਰਹਿਤ ਹੋ ਗਈ ਹੈ, ਭਾਵ ਮਿਥਿਆ ਪਦਾਰਥਾਂ ਨੂੰ ਨਿਸ਼ਚੈ ਕਰਨ ਤੋਂ ਹਟ ਗਈ ਹੈ। ਊਤਮ ਬਾਣੀ ਹੋਈ ਅਤੇ ਉਹਨਾਂ ਦੀ ਬਾਣੀ ਵੀ ਸ੍ਰੇਸ਼ਟ ਪਿਆਰੇ ਬਚਨ ਬੋਲਣ ਵਾਲੀ ਹੋ ਗਈ ਹੈ, ਜਾਂ ਉਹਨਾਂ ਦੀ ਬਾਣੀ ਹੋਰਨਾਂ ਜੀਵਾਂ ਨੂੰ ਸ੍ਰੇਸ਼ਟ ਕਲਿਆਣ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੋ ਗਈ ਹੈ। ਏਕੋ ਪੁਰਖ ਏਕ ਪ੍ਰਭ ਜਾਤਾ ਏਕੋ ਪੁਰਖ ਏਕੋ ਪ੍ਰਭ ਜਾਤਾ ਉਹਨਾਂ ਨੇ ਇੱਕੋ ਪੂਰਨ ਪਰਮੇਸ਼ਰ ਨੂੰ ਇਸ ਲੋਕ ਵਿੱਚ ਤੇ ਇੱਕੋ ਪਰਮੇਸ਼ਰ ਨੂੰ ਪਰਲੋਕ ਦੇ ਵਿੱਚ ਵਿਆਪਕ ਜਾਣਿਆ ਹੈ, ਜਾਂ ਇੱਕੋ ਇੱਕ ਪੂਰਨ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਕਰਕੇ ਜਾਣ ਲਿਆ ਹੈ। ਦੂਜਾ ਅਵਰ ਨਾ ਕੋਈ ਉਹਨਾਂ ਨੂੰ ਪਰਮੇਸ਼ਰ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਨਹੀਂ ਦਿਖਦਾ, ਜਾਂ ਉਹਨਾਂ ਨੂੰ ਨਿਸ਼ਚਾ ਹੋ ਗਿਆ ਕਿ ਅਵਰ ਸਥਾਨ ਵਿੱਚ ਹੋਰ ਕੋਈ ਵੀ ਦੂਸਰਾ ਨਹੀਂ ਹੈ। ਆਪੇ ਕਰੇ ਕਰਾਏ ਪ੍ਰਭ ਆਪੇ ਪਰਮੇਸ਼ਰ ਆਪ ਹੀ ਬ੍ਰਹਮਾਦਿਕਾਂ ਨੂੰ ਪੈਦਾ ਕਰਦਾ ਤੇ ਆਪ ਹੀ ਪਰਮੇਸ਼ਰ ਬ੍ਰਹਮਾਦਿਕਾਂ ਨੂੰ ਪ੍ਰੇਰ ਕੇ ਸੰਸਾਰ ਨੂੰ ਪੈਦਾ ਕਰਾਉਂਦਾ ਹੈ। ਆਪੇ ਨਦਰ ਕਰੇ ਅਤੇ ਆਪ ਹੀ ਸਤਿਗੁਰੂ ਰੂਪ ਧਾਰ ਕੇ ਕਿਰਪਾ ਦੀ ਦ੍ਰਿਸ਼ਟੀ ਕਰਨ ਵਾਲਾ ਹੈ।
ਇਸੇ ਪ੍ਰਕਾਰ ਆਪੇ ਕਰੇ ਕਰਾਏ ਪ੍ਰਭ ਆਪੇ। ਪਰਮੇਸ਼ਰ ਆਪ ਹੀ ਗੁਰੂ ਸਰੂਪ ਹੋ ਕੇ ਅਧਿਕਾਰੀ ਪੁਰਖ ਨੂੰ ਉਪਦੇਸ਼ ਦੇਣਾ ਕਰਦਾ। ਆਪ ਹੀ ਅਧਿਕਾਰੀ ਪੁਰਖ ਕੋਲੋਂ ਨਾਮ ਬਾਣੀ ਦਾ ਅਭਿਆਸ ਕਰਾਉਂਦਾ ਤੇ ਆਪ ਹੀ ਦ੍ਰਿਸ਼ਟੀ ਕਰਕੇ ਸਰੂਪ ਦਾ ਗਿਆਨ ਦਿੰਦਾ ਜਾਂ ਦਿਵ ਦ੍ਰਿਸ਼ਟੀ ਖੋਲ ਦਿੰਦਾ ਹੈ। ਆਪੇ ਨਦਰ ਕਰੇ ਆਪੇ ਹੀ ਕਿਰਪਾ ਦ੍ਰਿਸ਼ਟੀ ਕਰਦਾ ਹੈ। ਮਨ ਤਨ ਰਾਤਾ ਗੁਰ ਕੀ ਬਾਣੀ। ਸਤਿਗੁਰਾਂ ਦੀ ਨਾਮ ਰੂਪ ਬਾਣੀ ਵਿੱਚ ਜਿਸ ਦਾ ਮਨ ਤੇ ਤਨ ਰਤਿਆ ਰੰਗਿਆ ਹੈ। ਸੇਵਾ ਸੁਰਤ ਸਮੇ ਉਹ ਮਹਾਰਾਜ ਦੀ ਭਗਤੀ ਰੂਪ ਟਹਿਲ ਨਾਲ ਸ੍ਰੇਸ਼ਟ ਪ੍ਰੀਤੀ ਕਰਕੇ ਪਰਮੇਸ਼ਰ ਵਿੱਚ ਹੀ ਸਮਾ ਗਿਆ। ਜਾਂ ਭਗਤੀ ਰੂਪ ਗੁਰ ਸੇਵਾ ਭਗਤੀ ਰੂਪ ਟਹਿਲ ਦੁਆਰਾ ਸੱਚ ਸਰੂਪ ਦੀ ਗਿਆਤ ਕਰਕੇ ਪਰਮੇਸ਼ਰ ਵਿੱਚ ਹੀ ਅਭੇਦ ਹੋ ਜਾਂਦਾ ਹੈ। ਅੰਤਰ ਵਸਿਆ ਅਲਖ ਅਪੇਵਾ। ਜੋ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿਤ ਤੇ ਗੁਰੂ ਤੋਂ ਬਗੈਰ ਭੇਦ ਪਾਉਣ ਤੋਂ ਰਹਿਤ ਪਰਮੇਸ਼ਰ ਹੈ। ਸਾਰਿਆਂ ਦੇ ਹਿਰਦੇ 'ਚ ਵਸਿਆ ਹੋਇਆ ਹੈ। ਗੁਰਮੁਖ ਹੋਏ ਲਖਾਏ। ਗੁਰਮੁਖ ਜਨ ਗੁਰੂ ਉਪਦੇਸ਼ ਦੁਆਰਾ ਉਸ ਦੇ ਜਨਾਇਕ ਹੋਏ ਹਨ। ਨਾਨਕ ਜਿਸ ਭਾਵੈ ਤਿਸ ਆਪੇ ਦੇਵੈ। ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਕਿ ਜਿਸ ਦੀ ਪਰਮੇਸ਼ਰ ਨੂੰ ਸ਼ਰਧਾ ਜਾਂ ਪ੍ਰੇਮਾ ਭਗਤੀ ਭਾ ਜਾਂਦੀ ਹੈ ਉਸ ਨੂੰ ਪਰਮੇਸ਼ਰ ਆਪ ਹੀ ਨਾਮ ਬ੍ਰਹਮ ਗਿਆਨ ਬਖਸ਼ ਦਿੰਦਾ ਹੈ। ਭਾਵੈ ਤਿਵੈ ਚਲਾਏ। ਜਿਵੇਂ ਪਰਮੇਸ਼ਰ ਨੂੰ ਪਾਉਂਦਾ ਹੈ ਉਸੇ ਪ੍ਰਕਾਰ ਜੀਵਾਂ ਨੂੰ ਚਲਾਉਂਦਾ ਹੈ। ਜਾਂ ਜਿਵੇਂ ਗੁਰਮੁਖ ਜਨਾਂ ਨੂੰ ਪਾਉਂਦਾ ਹੈ ਉਸੇ ਪ੍ਰਕਾਰ ਆਪਣੇ ਮਨ ਨੂੰ ਸਮਦਮ ਸਾਧਨਾ ਦੇ ਸਮੇਤ ਉਹ ਗੁਰਮੁਖ ਚਲਾਉਂਦੇ ਨੇ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ। ਅੱਗੇ ਤੋਂ ਸਮਤ ਬਖਸ਼ਿਓ। ਆਪੇ ਕਰੇ ਕਰਾਏ ਪ੍ਰਭ ਆਪੇ। ਆਪੇ ਨਦਰ ਕਰੇ ਮਨ ਤਨ ਰਾਤਾ ਗੁਰ ਕੀ ਬਾਣੀ। ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖ ਅਪੇਵਾ। ਗੁਰਮੁਖ ਹੋਏ ਲਖਾਏ। ਨਾਨਕ ਜਿਸ ਭਾਵੈ ਤਿਸ ਆਪੇ ਦੇਵੈ। ਭਾਵੈ ਤਿਵੈ ਚਲਾਏ। ਵਾਹਿਗੁਰੂ ਜੀ ਕਾ ਖਾਲਸਾ।